मॉर्निंग स्टूडेंट्स, आई एम हनीश बंसल, आई एम योर बिजनेस स्टडी लेक्चरर। सो स्टूडेंट्स, कैसे हैं आप सब? आई होप सब बढ़िया होंगे। तो स्टूडेंट मेरी गल ध्यान ਨਾਲ ਸੁਣੋ। ਆਪਾਂ ਨੇ ਲਾਸਟ ਕਲਾਸ ਦੇ ਵਿੱਚ ਪਾਰਟਨਰਸ਼ਿਪ ਸਟਾਰਟ ਕਰ ਲਈ ਸੀਗੀ ਤੇ ਬਹੁਤ ਸਾਰੇ ਟੌਪਿਕ ਕੀਤੇ ਸੀ। ਜੁਆਇੰਟ ਹਿੰਦੂ ਫੈਮਿਲੀ ਤੇ ਆਪਣਾ ਸੋਲ ਪ੍ਰੋਪਰਾਈਟਰਸ਼ਿਪ ਚੈਪਟਰ ਸਟਾਰਟ ਕੀਤਾ ਸੀ। ਹੁਣ ਅੱਗੇ ਆਪਾਂ ਪੜ੍ਹ ਰਹੇ ਹਾਂ ਮੈਰਿਟਸ ਕੀ ਹੈ ਪਾਰਟਨਰਸ਼ਿਪ ਦੇ। ਅੱਗੇ ਦੇਖੋ ਮੈਰਿਟਸ ਪੜ੍ਹਾਂਗੇ ਆਪਾਂ। ਮੈਰਿਟਸ ਦੇ ਵਿੱਚ ਈਜ਼ੀ ਟੂ ਫਾਰਮ ਪਹਿਲਾ ਪੁਆਇੰਟ ਹੈ, ਈਜ਼ੀ ਟੂ ਫਾਰਮ। ਦੇਖੋ ਹੁਣ ਸਿੰਪਲ ਜੀ ਗੱਲ ਹੈ, ਤੁਹਾਨੂੰ ਇਹ ਗੱਲ ਤਾਂ ਪਤਾ ਲੱਗ ਗਈ ਕਿ ਆਪਣਾ ਜਿਹੜਾ ਬਿਜ਼ਨਸ ਹੈ ਉਹ ਹੁਣ ਉਹਨੂੰ ਜਿਹੜਾ ਪਾਰਟਨਰਸ਼ਿਪ ਦੇ ਵਿੱਚ ਜਿਹੜਾ ਫਾਰਮ ਵਰਡ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਹਾਂ, ਖੋਲ੍ਹਣਾ। ਕਿ ਜਿਹੜਾ ਬਿਜ਼ਨਸ ਆਪਣਾ ਕਿਵੇਂ ਸਟਾਰਟ ਕੀਤਾ ਜਾਂਦਾ, ਖੋਲ੍ਹਿਆ ਜਾਂਦਾ। ਅਤੇ ਹੁਣ ਇਹਦੇ ਵਿੱਚ ਕੀ ਹੈ, ਇਟ ਇਜ਼ ਵੈਰੀ ਈਜ਼ੀ ਟੂ ਫਾਰਮ ਏ ਪਾਰਟਨਰਸ਼ਿਪ ਫਾਰਮ ਐਜ਼ ਨੋ ਲੀਗਲ ਫਾਰਮੈਲਿਟੀ ਆਰ ਰਿਕੁਆਇਰਡ ਟੂ ਬੀ ਕੰਪਲੀਟਡ। ਈਵਨ ਰਜਿਸਟ੍ਰੇਸ਼ਨ ਆਫ ਪਾਰਟਨਰਸ਼ਿਪ ਇਜ਼ ਨੋਟ ਕੰਪਲਸਰੀ ਅਕੋਰਡਿੰਗ ਟੂ ਪਾਰਟਨਰਸ਼ਿਪ ਐਕਟ। ਹੁਣ ਇਹਦੇ ਵਿੱਚ ਸਿੰਪਲ ਜਿਹੇ ਸ਼ਬਦਾਂ ਦੇ ਵਿੱਚ ਮੈਂ ਤੁਹਾਨੂੰ ਸਮਝਾਉਣਾ ਚਾਹ ਰਿਹਾ, ਜਿਹੜਾ ਈਜ਼ੀ ਟੂ ਫਾਰਮ ਹੈ ਇਹਦਾ ਮਤਲਬ ਇਹ ਹੈ ਕਿ ਜਿਹੜੀ ਪਾਰਟਨਰਸ਼ਿਪ ਹੈ ਇਹਦੇ ਵਿੱਚ ਕੋਈ ਜ਼ਿਆਦਾ ਲੀਗਲ ਫਾਰਮੈਲਿਟੀ ਕਰਨ ਦੀ ਲੋੜ ਨਹੀਂ ਹੈਗੀ। ਇਹ ਫਰਮ ਆਪਾਂ ਬਿਨਾਂ ਉਂਝ ਦਾ ਆਪਾਂ ਰਜਿਸਟਰ ਕਰਵਾ ਸਕਦੇ ਹਾਂ। ਪਾਰਟਨਰਸ਼ਿਪ ਐਕਟ 1932 ਵਧੀਆ ਗੱਲ ਹੈ। ਜੇ ਅਗਰ ਆਪਾਂ ਪਾਰਟਨਰਸ਼ਿਪ ਐਕਟ 1932 ਦੇ ਵਿੱਚ ਰਜਿਸਟਰ ਕਰਵਾ ਲਾਂਗੇ ਤਾਂ ਆਪਾਂ ਨੂੰ ਕੁਝ ਬੈਨੀਫਿਟਸ ਮਿਲ ਜਾਂਦੇ ਨੇਗੇ, ਪਰ ਫਰਮ ਲਈ ਕੋਈ ਕੰਪਲਸਰੀ ਨਹੀਂ ਹੁੰਦਾ ਕਿ ਮਤਲਬ ਉਹ ਰਜਿਸਟਰ ਕਰਵਾਏ, ਪਰ ਉਹ ਕੁਝ ਬੈਨੀਫਿਟਸ ਲੈਣ ਲਈ ਆਪਾਂ ਰਜਿਸਟਰ ਕਰਵਾ ਸਕਦੇ ਹਾਂ। ਅੱਗੇ ਆਉਂਦਾ ਬੈਲੈਂਸ ਡਿਸੀਜ਼ਨ ਮੇਕਿੰਗ। ਬੈਲੈਂਸ ਡਿਸੀਜ਼ਨ ਮੇਕਿੰਗ ਦੇ ਵਿੱਚ ਕੀ ਹੈ, ਇਨ ਪਾਰਟਨਰਸ਼ਿਪ ਦਾ ਪਾਰਟਨਰ ਕੈਨ ਡਿਵਾਈਡ ਦਾ ਵਰਕ ਅਕੋਰਡਿੰਗ ਟੂ ਦੇਅਰ ਸਕਿੱਲਸ ਐਂਡ ਨੌਲੇਜ। ਦ ਡਿਵੀਜ਼ਨ ਵਰਕ ਲੀਡ ਟੂ ਸਪੈਸ਼ਲਾਈਜੇਸ਼ਨ ਐਂਡ ਐਫੀਸ਼ੀਐਂਸੀ ਇਨ ਦਾ ਮੈਨੇਜਮੈਂਟ ਐਂਡ ਅਦਰ ਐਕਟੀਵਿਟੀਜ਼ ਆਫ ਦਾ ਫਰਮ। ਤਾਂ ਇਹਦੇ ਵਿੱਚ ਕੀ ਹੈ ਕਿ ਜਿਹੜਾ ਪਾਰਟਨਰਸ ਹੈ ਉਹ ਕੰਮ ਨੂੰ ਕੀ ਕਰ ਲੈਂਦੇ, ਡਿਵਾਈਡ ਕਰ ਲੈਂਦੇ ਨੇ। ਆਪਣੀ ਨੌਲੇਜ ਅਤੇ ਸਕਿੱਲ ਦੇ ਮੁਤਾਬਿਕ ਉਹ ਕੰਮ ਨੂੰ ਵੰਡ ਲੈਂਦੇ ਨੇਗੇ। ਜਿਹੜਾ ਬੰਦਾ ਜਿਹੜੀ ਚੀਜ਼ 'ਚ ਸਪੈਸ਼ਲਾਈਜੇਸ਼ਨ ਆ ਉਹ ਬੰਦੇ ਨੂੰ ਉਹ ਕੰਮ ਦੇ ਦਿੱਤਾ ਜਾਂਦਾ ਹੈ ਅਤੇ ਇਹਦੇ ਨਾਲ ਕੀ ਹੁੰਦਾ, ਜਿਹੜਾ ਕੰਮ ਇਹਨਾਂ ਦਾ ਐਫੀਸ਼ੀਐਂਟ ਮੈਨਰ ਨਾਲ ਪੂਰਾ ਹੋ ਸਕੇ। ਤਾਂ ਆਹ ਪੁਆਇੰਟ ਵੀ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਅੱਗੇ ਆਉਂਦਾ ਲਾਰਜਰ ਫਾਈਨੈਂਸ਼ੀਅਲ ਰਿਸੋਰਸਿਸ। ਇਨ ਪਾਰਟਨਰਸ਼ਿਪ ਫਰਮ ਆਲ ਦਾ ਪਾਰਟਨਰ ਕੰਟਰੀਬਿਊਟ ਸਮ ਅਮਾਊਂਟ ਆਫ ਕੈਪੀਟਲ। ਕਹਿੰਦੇ ਹਰੇਕ ਬੰਦਾ ਜਿਹੜਾ ਪਾਰਟਨਰਸ਼ਿਪ ਫਰਮ ਦੇ ਵਿੱਚ ਕੰਮ ਕਰ ਰਿਹਾ ਉਹਨੇ ਕੁਛ ਨਾ ਕੋਈ ਕੀ ਹੈ ਕੈਪੀਟਲ ਕੰਟਰੀਬਿਊਟ ਕੀਤੀ ਹੋਊਗੀ। ਐਜ਼ ਏ ਰਿਜ਼ਲਟ ਦਾ ਫਾਈਨੈਂਸ਼ੀਅਲ ਰਿਸੋਰਸਿਸ ਆਫ ਪਾਰਟਨਰਸ਼ਿਪ ਫਰਮ ਆਰ ਲਾਰਜਰ ਦੈਨ ਸੋਲ ਪ੍ਰੋਪਰਾਈਟਰਸ਼ਿਪ ਫਰਮ ਔਰ ਜੁਆਇੰਟ ਹਿੰਦੂ ਫੈਮਿਲੀ ਬਿਜ਼ਨਸ। ਕਹਿੰਦੇ ਜਿਹੜਾ ਪਾਰਟਨਰਸ਼ਿਪ ਫਰਮ ਹੁੰਦੀ ਆ ਉਹ ਸੋਲ ਪ੍ਰੋਪਰਾਈਟਰ ਤੋਂ ਜ਼ਿਆਦਾ ਵੱਡੀ ਹੁੰਦੀ ਹੈ ਅਤੇ ਜੁਆਇੰਟ ਹਿੰਦੂ ਫੈਮਿਲੀ ਤੋਂ ਵੀ ਜ਼ਿਆਦਾ ਲਾਰਜ ਹੁੰਦੀ ਹੈ। ਤਾਂ ਇਹ ਸਾਰੀ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ ਨੇਗੀਆਂ। ਤਾਂ ਸਮਝ ਆ ਗਈ ਸਾਰਿਆਂ ਨੂੰ। ਅੱਗੇ ਦੇਖੋ ਰਿਸਕ ਸ਼ੇਅਰਿੰਗ। ਰਿਸਕ ਸ਼ੇਅਰਿੰਗ ਦੇ ਵਿੱਚ ਕੀ ਆ, ਇਨ ਸੋਲ ਪ੍ਰੋਪਰਾਈਟਰਸ਼ਿਪ ਫਰਮ। ਦੇਖੋ ਜਿਹੜੀ ਸੋਲ ਪ੍ਰੋਪਰਾਈਟਰਸ਼ਿਪ ਫਰਮ ਫੜੀ ਸੀ ਉਹਦੇ ਵਿੱਚ ਕਿੰਨੇ ਬੰਦੇ ਦਾ ਰਿਸਕ ਸੀਗਾ, ਇੱਕ ਬੰਦੇ ਦਾ। ਵੇਅਰ ਐਜ਼ ਪਾਰਟਨਰਸ਼ਿਪ ਫਰਮ ਆਲ ਪਾਰਟਨਰ ਸ਼ੇਅਰ ਦਾ ਰਿਸਕ ਇਨ ਦਾ ਸੇਮ ਰੇਸ਼ੋ ਐਜ਼ ਦੇ ਸ਼ੇਅਰ ਦਾ ਪ੍ਰੋਫਿਟ। ਕਹਿੰਦੇ ਜਿਵੇਂ ਹੁਣ ਤੁਹਾਨੂੰ ਪਤਾ ਕੋਈ ਵੀ ਬਿਜ਼ਨਸ ਆਪਾਂ ਚਲਾਉਂਦੇ ਹਾਂ ਉਹਦੇ ਵਿੱਚ ਰਿਸਕ ਤਾਂ ਹੁੰਦਾ ਹੀ ਹੁੰਦਾ। ਰਿਸਕ ਤੋਂ ਬਿਨਾਂ ਤਾਂ ਕੋਈ ਬਿਜ਼ਨਸ ਚੱਲਦਾ ਨਹੀਂ ਗਾ। ਤਾਂ ਉਹੀ ਚੀਜ਼ ਹੈ ਜਿਹੜਾ ਆਪਾਂ ਸੋਲ ਪ੍ਰੋਪਰਾਈਟਰਸ਼ਿਪ 'ਚ ਪੜ੍ਹਿਆ ਸੀ, ਇੱਕ ਬੰਦਾ ਹੀ ਬਿਜ਼ਨਸ ਦਾ ਓਨਰ ਸੀ ਤਾਂ ਉਹੀ ਬੰਦਾ ਸਾਰਾ ਰਿਸਕ ਬੀਅਰ ਕਰੇਗਾ, ਉਹੀ ਬੰਦਾ ਸਾਰੇ ਪ੍ਰੋਫਿਟ ਕਮਾਏਗਾ। ਬਟ ਇਹਦੇ ਵਿੱਚ ਇਹ ਹੈ ਕਿ ਜਿਹੜਾ ਲੋਸ ਹੈ ਤਾਂ ਉਹ ਪ੍ਰੋਫਿਟ ਲੋਸ ਵੀ ਹੈ ਉਹ ਕੀ ਹੈ ਪਾਰਟਨਰ ਦੀ ਰੇਸ਼ੋ ਦੇ ਵਿੱਚ ਦੇ ਮੁਤਾਬਿਕ ਕੀ ਕਰਨਗੇ, ਤੈਅ ਕਰਨਗੇ। ਜੇ ਉਹਨਾਂ ਦੀ ਰੇਸ਼ੋ ਤੈਅ ਕੀਤੀ ਗਈ ਹੈ ਤਾਂ ਠੀਕ ਹੈ, ਉਸ ਮੁਤਾਬਿਕ ਜਿਵੇਂ 5-3-2 ਦੀ ਰੇਸ਼ੋ ਤੈਅ ਕੀਤੀ ਹੈ ਤਾਂ ਉਸ ਦੇ ਅਕੋਰਡਿੰਗ ਕਰਨਗੇ। ਅਗਰ ਰੇਸ਼ੋ ਨਹੀਂ ਤੈਅ ਕੀਤੀ ਤਾਂ ਇਕੁਅਲੀ ਇਹਨਾਂ ਨੂੰ ਰਿਸਕ ਡਿਵਾਈਡ ਹੋ ਜਾਏਗਾ। ਸੀਕਰੇਸੀ ਕੀ ਹੁੰਦੀ ਹੈ, ਦਾ ਪਾਰਟਨਰਸ਼ਿਪ। ਹੁਣ ਸੋਲ ਪ੍ਰੋਪਰਾਈਟਰਸ਼ਿਪ 'ਚ ਪੜ੍ਹਿਆ ਸੀਗਾ ਜਿਹੜੀ ਸੀਕਰੇਸੀ ਹੈ ਇੱਕੋ ਬੰਦੇ ਕੋਲ ਰਹਿੰਦੀ ਹੈ, ਉਹਨੂੰ ਕਿਸੇ ਦੂਜੇ ਬੰਦੇ ਨੂੰ ਸ਼ੇਅਰ ਕਰਨ ਦੀ ਲੋੜ ਨਹੀਂ ਹੁੰਦੀ। ਸੀਕਰੇਸੀ ਜਿਵੇਂ ਕੋਈ ਅਕਾਊਂਟਸ ਹੈ, ਕਿਤਾਬਾਂ ਦਿਖਾਉਣੀਆਂ ਨੇ ਕਿ ਹਾਂ ਵੀ ਕੀ ਫਾਇਦਾ ਹੋ ਰਿਹਾ, ਨੁਕਸਾਨ ਹੋ ਰਿਹਾ, ਉਹ ਸਾਰੀ ਸੀਕਰੇਸੀ ਕਿਸੇ ਨੂੰ ਸ਼ੋਅ ਕਰਨ ਦੀ ਲੋੜ ਨਹੀਂ ਹੁੰਦੀ। ਬਟ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ਪਾਰਟਨਰ ਕੰਮ ਕਰ ਰਹੇ ਨੇਗੇ ਇਹਨਾਂ ਨੂੰ ਕੀ ਕਰਨਾ ਪੈਂਦਾ, ਇੱਕ ਦੂਸਰੇ ਨਾਲ ਮਤਲਬ ਸ਼ੇਅਰ ਤਾਂ ਕਰਨਾ ਪੈਂਦਾ। ਜਿਹੜੇ ਪਾਰਟਨਰਸ ਹੁੰਦੇ ਨੇ ਆਪਸ 'ਚ ਤਾਂ ਸਾਰਾ ਕੀ ਕਰ ਸਕਦੇ ਨੇ, ਬਟ ਜਿਹੜਾ ਪਬਲਿਕ ਹੈ, ਲੋਕਾਂ ਨੂੰ, ਜਿਹੜੇ ਪਾਰਟਨਰਸ ਤੋਂ ਇਲਾਵਾ ਪਬਲਿਕ ਹੁੰਦੀ ਆ ਉਹਨਾਂ ਨੂੰ ਦਿਖਾਉਣ ਦੀ ਇਹਦੇ ਵਿੱਚ ਵੀ ਲੋੜ ਨਹੀਂ ਹੁੰਦੀ। ਸਿਰਫ ਪਾਰਟਨਰ ਆਪਣੇ ਬੁੱਕਸ ਆਫ ਅਕਾਊਂਟਸ ਦੇਖ ਸਕਦੇ ਨੇ, ਬਾਕੀ ਅਦਰ ਪਬਲਿਕ ਨਹੀਂ ਦੇਖ ਸਕਦੀ। ਬਸ ਇਹ ਯਾਦ ਰੱਖਣਾ। ਸਮਝ ਆ ਗਈ? ਆਈ ਹੋਪ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਣਾ। ਦੇਖੋ ਸਟੂਡੈਂਟਸ, ਅੱਗੇ ਡੀਮੈਰਿਟਸ ਕੀ ਨੇਗੇ। ਡੀਮੈਰਿਟਸ ਦੇ ਵਿੱਚ ਕੀ ਆਉਂਦਾ ਹੈ, ਅਨਲਿਮਿਟਡ ਲਾਇਬਿਲਿਟੀ। ਅਨਲਿਮਿਟਡ ਲਾਇਬਿਲਿਟੀ ਦਾ ਮਤਲਬ ਕੀ ਹੁੰਦਾ ਕਿ ਕੋਈ ਇਹਦੇ ਵਿੱਚ ਕੀ ਹੁੰਦਾ, ਦਾ ਲਾਇਬਿਲਿਟੀ ਆਲ ਪਾਰਟਨਰ ਕੀ ਹੁੰਦੀ ਹੈ, ਅਨਲਿਮਿਟਡ ਹੁੰਦੀ ਹੈ। ਇਹਦੇ ਵਿੱਚ ਜੇਕਰ ਕੋਈ ਲੋਸ ਹੋ ਜਾਂਦਾ ਹੈ ਤਾਂ ਪਾਰਟਨਰ ਨੂੰ ਕੀ ਕਰਨਾ ਪੈਂਦਾ, ਪਾਰਟਨਰ ਨੋਟ ਓਨਲੀ ਲੂਜ਼ ਦੇਅਰ ਬਿਜ਼ਨਸ ਪ੍ਰੋਪਰਟੀ ਬਟ ਕ੍ਰੈਡੀਟਰ ਕਲੇਮ ਪਰਸਨਲ ਪ੍ਰੋਪਰਟੀ। ਤਾਂ ਪਰਸਨਲ ਪ੍ਰੋਪਰਟੀ ਵੀ ਕ੍ਰੈਡੀਟਰ ਕੀ ਇਹਦੇ ਵਿੱਚ ਕਲੇਮ ਕਰ ਲੈਂਦੇ ਨੇਗੇ।
ਇਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਅਨਲਿਮਟਿਡ ਲਾਇਬਿਲਿਟੀ ਦਾ ਮਤਲਬ ਉਹ ਆਪਣੇ ਕ੍ਰੈਡੀਟਰ ਦੀ ਪੇਮੈਂਟ ਨਹੀਂ ਪੇ ਕਰ ਪਾਉਂਦਾ ਤਾਂ ਉਹਨੇ ਪਰਸਨਲ ਪ੍ਰੋਪਰਟੀ ਉਹਦੀ ਵੇਚੀ ਜਾਂਦੀ ਆ। ਲਿਮਟਿਡ ਰਿਸੋਰਸਿਸ ਕਹਿੰਦੇ ਦੇਅਰ ਆਰ ਰਿਸਟ੍ਰਿਕਸ਼ਨ ਔਨ ਨੰਬਰ ਆਫ ਪਾਰਟਨਰਸ ਹੈਂਸ ਕੰਟਰੀਬਿਊਸ਼ਨ terms of capital investment is not sufficient for larger scale enterprise as a result partnership face problem expansion beyond specific ਇਹਨਾਂ ਦੇ ਜਿਹੜੇ ਰਿਸੋਰਸਿਸ ਹੁੰਦੇ ਨੇ ਉਹ ਕੀ ਹੁੰਦੇ ਨੇ ਲਿਮਟਿਡ ਹੁੰਦੇ ਪਰ ਸੋਲ ਪ੍ਰੋਪਰਾਈਟਰ ਤਾਂ ਜ਼ਿਆਦਾ ਬੈਟਰ ਹੁੰਦੇ ਨੇ ਬਟ ਅਗਰ ਵੱਡੀ ਵੱਡੀ ਕੰਪਨੀਆਂ ਦੀ ਗੱਲ ਕਰੋ ਉਹਨਾਂ ਤੋਂ ਘੱਟ ਹੁੰਦੇ ਨੇ ਜਿਸ ਵਜ੍ਹਾ ਨਾਲ ਇਹ ਜ਼ਿਆਦਾ ਆਪਣਾ ਬਿਜ਼ਨਸ ਨੂੰ ਐਕਸਪੈਂਡ ਨਹੀਂ ਕਰ ਸਕਦੇ। ਅਤੇ ਕਨਫਲਿਕਟ ਹੁਣ ਇਹਨਾਂ ਦੇ ਵਿੱਚ ਕੀ ਹੁੰਦਾ the partner is partnership firm come from different background different family therefore they have a difference of opinion if partner adopt a rigid attitude then it may lead to conflict among the partners। ਕਹਿੰਦੇ ਆਪਸ 'ਚ ਪਾਰਟਨਰ ਦੀ ਸੋਚ ਤੌਰ ਤਰੀਕੇ ਮਤਲਬ ਕੋਈ ਹਰ ਚੀਜ਼ ਅਲੱਗ-ਅਲੱਗ ਹੁੰਦੀ ਆ ਜਿਹਦੇ ਨਾਲ ਕੀ ਹੁੰਦਾ ਇੱਕ ਦੂਸਰੇ ਨਾਲ ਸੋਚ ਮਿਲਾਉਣੀ ਇੱਕੋ ਹੀ ਮੁੱਦੇ 'ਤੇ ਡਿਸੀਜ਼ਨ ਲੈਣੇ ਬੜੇ ਔਖੇ ਹੁੰਦੇ ਨੇ ਕਈ ਵਾਰ ਇੱਕ ਦੂਸਰੇ ਦੇ ਡਿਸੀਜ਼ਨ ਇੱਕ ਦੂਜੇ ਨਾਲ ਮੈਚ ਨਹੀਂ ਕਰਦੇ ਜਿਹਦੇ ਨਾਲ ਕਨਫਲਿਕਟ ਦੀ ਭਾਵਨਾ ਵੀ ਪੈਦਾ ਹੋ ਸਕਦੀ ਹੈ। ਲੈਕ ਆਫ ਕੰਟੀਨਿਊਟੀ the existence of partnership firm get affected by the death insolvency incapacity of any partner even a partner can demand dissolution from the time he desires so ਹੁਣ ਇਹ ਪੁਆਇੰਟ ਕੀ ਆ ਕਿ ਇਹ ਆਪਣੀ ਪਾਰਟਨਰਸ਼ਿਪ ਫਰਮ ਬੰਦ ਕਰ ਸਕਦੇ ਨੇ ਕਈ ਵਾਰ ਕੀ ਹੁੰਦਾ ਜਿਹੜੇ ਪਾਰਟਨਰਸ ਕੰਮ ਕਰ ਰਹੇ ਨੇ ਉਹਨਾਂ ਦੀ ਕਈ ਵਾਰ ਡੈਥ ਹੋ ਜਾਏ ਜਾਂ ਕੋਈ ਦਿਵਾਲਾ ਨਿਕਲ ਜਾਏ ਜਾਂ ਇਨਕੈਪੈਸਿਟੀ ਹੋ ਜਾਏ ਕਿ ਆਪਾਂ ਚਲਾ ਨਹੀਂ ਸਕਦੇ ਚਾਹੇ ਕਿ ਕਿਸੇ ਬੰਦੇ ਦੀ ਤਾਂ ਇਹ ਪਾਰਟਨਰ ਚਾਹਣ ਤਾਂ ਆਪਣਾ ਫਰਮ ਨੂੰ ਬੰਦ ਵੀ ਕਰ ਸਕਦੇ ਨੇ ਡਿਸੋਲਿਊਸ਼ਨ ਦਾ ਮਤਲਬ ਹੁੰਦਾ ਫਰਮ ਨੂੰ ਬੰਦ ਕਰਨਾ। ਸਮਝ ਆਈ ਗੱਲ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਊਗਾ। ਅੱਗੇ ਡੀਮੈਰਿਟਸ ਦੇਖੋ ਅੱਗੇ ਦੇਖੋ ਸਾਰੇ ਸਟੂਡੈਂਟਸ ਲੈਕ ਆਫ ਪਬਲਿਕ ਕੌਨਫੀਡੈਂਸ the public has less trust faith in partnership firm because the accounts and annual report of partnership firm are not published so people do not have trust in their dealings। ਤਾਂ ਇਹਦੇ ਵਿੱਚ ਕੀ ਹੁੰਦਾ ਪਬਲਿਕ ਦਾ ਟਰਸਟ ਘੱਟ ਹੁੰਦਾ ਕਿਉਂਕਿ ਆਪਾਂ ਉਹਨਾਂ ਨੂੰ ਤੁਹਾਨੂੰ ਪਤਾ ਬੁੱਕਸ ਆਫ ਅਕਾਊਂਟਸ ਪਬਲਿਕ ਨੂੰ ਨਹੀਂ ਦਿਖਾਈ ਜਾਂਦੀ ਇਸ ਲਈ ਉਹਨਾਂ ਦੀ ਪਬਲਿਕ ਕੌਨਫੀਡੈਂਸ ਫਰਮ ਦੇ ਉੱਤੇ ਕੀ ਹੁੰਦਾ ਘੱਟ ਹੁੰਦਾ ਜਿਸ ਨਾਲ ਘੱਟ ਵਿਸ਼ਵਾਸ ਕਰਦੇ ਨੇ ਇਸ ਲਈ ਪਬਲਿਕ ਵੀ ਇਹਨਾਂ ਫਰਮਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦੀ ਹੈਗੀ ਕੋਈ ਵੀ ਕੰਮ 'ਤੇ। ਰਿਸਕ ਆਫ ਮਿਊਚੁਅਲ ਏਜੰਸੀ the contract signed by any one partner is binding on the other partners due to principle of mutual agency a dishonest partner may enter into contract for personal benefit in that case all the partner will have to suffer the loss। ਰਿਸਕ ਆਫ ਮਿਊਚੁਅਲ ਏਜੰਸੀ ਕੀ ਹੈ ਬੇਟਾ ਇਹਦੇ ਵਿੱਚ ਧਿਆਨ ਨਾਲ ਸੁਣੋ ਕਹਿੰਦੇ ਕਿ ਹੁਣ ਮਿਊਚੁਅਲ ਏਜੰਸੀ ਦਾ ਮਤਲਬ ਹੁੰਦਾ ਜੇਕਰ ਇੱਕ ਪਾਰਟਨਰ ਕਿਸੇ ਬੰਦੇ ਨਾਲ ਕੰਟਰੈਕਟ ਕਰ ਲੇ ਤਾਂ ਕੀ ਹੁੰਦਾ ਜੇਕਰ ਉਹ ਪਾਰਟਨਰ ਕੀ ਹੋਏ ਡਿਸਓਨੈਸਟ ਬੇਈਮਾਨ ਨਿਕਲ ਜਾਏ ਤਾਂ ਉਹ ਪਰਸਨਲ ਬੈਨੀਫਿਟ ਵਾਸਤੇ ਠੀਕ ਹੈ ਆਪਣਾ ਕੰਟਰੈਕਟ ਕਰ ਲੇ ਅਤੇ ਜਿਸ ਨਾਲ ਸਾਰੀ ਫਰਮ ਨੂੰ ਭੁਗਤਣਾ ਪੈ ਸਕਦਾ ਤਾਂ ਇਹ ਸਾਰੀ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ ਨੇ ਜਿਹਦੇ ਨਾਲ ਡੀਮੈਰਿਟਸ ਇਹਦੇ ਵਿੱਚ ਆ ਜਾਂਦਾ। ਕਲੀਅਰ ਹੋ ਗਿਆ ਹੋਊਗਾ ਸਾਰਿਆਂ ਨੂੰ। ਅੱਗੇ ਆ ਜਾਂਦਾ ਟਾਈਪਸ ਆਫ ਪਾਰਟਨਰਸ਼ਿਪ ਫਰਮ ਟਾਈਪਸ ਆਫ ਪਾਰਟਨਰਸ਼ਿਪ ਦੇ ਫਰਮ ਦੇ ਵਿੱਚ ਕੀ ਆ ਹੁਣ ਆਪਾਂ ਪਾਰਟਨਰਸ਼ਿਪ ਫਰਮ ਦੇ ਟਾਈਪ ਪੜ੍ਹ ਰਹੇ ਹਾਂ। ਪਾਰਟਨਰਸ਼ਿਪ ਐਟ ਬਿਲ the partnership formed for an indefinite period is known as partnership at will this type of partnership exists at the will of partners and comes to an end whenever partner desires so ठीक है any one partner can give notice to dissolution a partnership will come to an end। तो ਸਿੰਪਲ ਜੀ ਗੱਲ ਹੈ ਇਹ ਪਾਰਟਨਰਸ਼ਿਪ ਕਹਿੰਦੇ ਇਹਨਾਂ ਦਾ ਜਿਹੜਾ ਪੀਰੀਅਡ ਹੁੰਦਾ ਉਹ ਡਿਪੈਂਡ ਕਰਦਾ ਇਹਨਾਂ ਦੇ ਬਿੱਲ 'ਤੇ ਜੇਕਰ ਕਿਸੇ ਬੰਦੇ ਨੂੰ ਉਹ ਐਵੇਂ ਲੱਗਦਾ ਕਿ ਹਾਂ ਵੀ ਮੈਂ ਫਰਮ 'ਚ ਨਹੀਂ ਕੰਮ ਕਰਨਾ ਚਾਹੁੰਦਾ ਵੀ ਫਰਮ ਬੰਦ ਹੋਣੀ ਚਾਹੀਦੀ ਹੈ ਤਾਂ ਉਹ ਇੱਕ ਦੂਜੇ ਨੂੰ ਕੀ ਕਰ ਸਕਦਾ ਨੋਟਿਸ ਦੇ ਕੇ ਆਪਣਾ ਫਰਮ ਨੂੰ ਬੰਦ ਕਰਾਉਣ ਦੀ ਇੱਛਾ ਨਾਲ ਬੰਦ ਕਰਾ ਸਕਦੇ ਨੇ। ਕਲੀਅਰ ਹੈ ਗੱਲ। ਫਿਕਸ ਪੀਰੀਅਡ ਪਾਰਟਨਰਸ਼ਿਪ ਦਾ ਪਾਰਟਨਰਸ਼ਿਪ ਫਰਮ ਐਜ਼ ਫੋਰ ਏ ਸਪੈਸੀਫਿਕ ਪੀਰੀਅਡ ਆਫ ਟਾਈਮ ਸੇਜ਼ 1 3 year 5 year ਇਹਨਾਂ ਦਾ ਜਿਹੜਾ ਪੀਰੀਅਡ ਹੁੰਦਾ ਫਰਮ ਦਾ ਉਹਦਾ ਸਪੈਸੀਫਿਕ ਪੀਰੀਅਡ ਟਾਈਮ ਹੁੰਦਾ ਜਿਨ੍ਹਾਂ ਨੂੰ ਬੋਲਦਾ ਫਿਕਸ ਪੀਰੀਅਡ ਪਾਰਟਨਰ ਦਿਸ ਟਾਈਪ ਆਫ ਪਾਰਟਨਰਸ਼ਿਪ ਫਰਮ ਆਟੋਮੈਟਿਕਲੀ ਗੈਟਸ ਟਰਮੀਨੇਟ ਔਨ ਐਕਸਪਾਇਰੀ ਦੈਟ ਇਟ ਸਪੈਸੀਫਿਕ ਟਾਈਮ ਪੀਰੀਅਡ ਇਹਨਾਂ ਦਾ ਜਿਹੜਾ ਕੰਟਰੈਕਟ ਹੁੰਦਾ ਕਿ ਹਾਂ ਵੀ ਜਿਹੜੇ ਅਸੀਂ ਫਰਮ ਹੈ 3 ਸਾਲ 5 ਸਾਲ ਜਿਹੜੇ ਵੀ ਟਾਈਮ ਦਾ ਉਦੋਂ ਚਲਾਵਾਂਗੇ ਜਦੋਂ ਸਪੈਸੀਫਿਕ ਟਾਈਮ ਪੀਰੀਅਡ ਖਤਮ ਹੋ ਜਾਂਦਾ ਉਸ ਤੋਂ ਬਾਅਦ ਇਹ ਟਰਮੀਨੇਟ ਹੋ ਜਾਂਦੀ ਹੈ ਉਹਨਾਂ ਦਾ ਜਿਹੜਾ ਪੀਰੀਅਡ ਹੈ ਫਰਮ ਤਾਂ ਫਿਰ ਉਸ ਤੋਂ ਬਾਅਦ ਇਹਨੂੰ ਉਸ ਤੋਂ ਸਪੈਸੀਫਿਕ ਪੀਰੀਅਡ ਤੋਂ ਬਾਅਦ ਦੁਬਾਰਾ ਫਿਰ ਬਣਾਉਣਾ ਪੈਂਦਾ ਫਿਰ ਉਹ ਨਵੇਂ ਸਿਰੇ ਤੋਂ ਆਪਣੀ ਫਰਮ ਨੂੰ ਚਾਲੂ ਕਰ ਸਕਦੇ ਨੇ।
particular partnership. The partnership which is formed to carry on the particular venture is known as particular partnership. याद रखो, the partnership which is formed to carry on the particular venture is known as particular partnership. This type of partnership come to an end automatically on completion of that venture. For example, if two persons jointly forget a construction of bridge, then these two persons may form a partnership to construct the bridge. When the bridge gets constructed and is ready, then the partnership automatically comes to an end. ਪਾਰਟੀਕੂਲਰ ਪਾਰਟਨਰਸ਼ਿਪ ਸਿੰਪਲ ਜੀ ਗੱਲ ਹੈ, ਜਦੋਂ ਦੋ ਫਰਮਾਂ ਕਿਸੇ ਇੱਕ ਕੰਟਰੈਕਟ 'ਤੇ ਕੰਮ ਕਰ ਰਹੀਆਂ ਹੋਣ, ਜਦੋਂ ਉਹਨਾਂ ਦਾ ਕੋਈ ਕੰਟਰੈਕਟ ਕੰਪਲੀਟ ਹੋ ਜਾਂਦਾ ਤਾਂ ਉਹ ਕੀ ਹੈ, ਉਹਨਾਂ ਦਾ ਜਿਹੜਾ ਕੰਪਲੀਸ਼ਨ ਤੋਂ ਬਾਅਦ ਉਹਨਾਂ ਦੀ ਪਾਰਟਨਰਸ਼ਿਪ ਕੀ ਹੋ ਜਾਂਦੀ ਹੈ, ਆਟੋਮੈਟਿਕਲੀ ਕੀ ਹੋ ਜਾਂਦੀ ਹੈ, ਐਂਡ ਹੋ ਜਾਂਦੀ ਹੈ। ਉਹਨੂੰ ਕੀ ਬੋਲਦੇ ਆਪਾਂ, ਪਾਰਟੀਕੂਲਰ ਪਾਰਟਨਰਸ਼ਿਪ। ਕਲੀਅਰ ਹੈ ਗੱਲ? ਇਹ ਪਰਸਨ ਵੀ ਹੋ ਸਕਦੇ ਨੇਗੇ, ਫਰਮਸ ਵੀ ਹੋ ਸਕਦੇ ਆ, ਕੋਈ ਵੀ ਹੈ। ਕਲੀਅਰ ਹੈ ਗੱਲ? ਪਾਰਟੀਕੂਲਰ ਪਾਰਟਨਰਸ਼ਿਪ ਕਲੀਅਰ ਹੋ ਗਿਆ। ਜੇਕਰ ਆਪਸ 'ਚ ਦੋ ਬੰਦੇ ਵੀ ਮਿਲ ਕੇ ਅਗਰ ਕਿਸੇ ਕੰਟਰੈਕਟ ਦਾ ਕੰਮ, ਜਦੋਂ ਉਹਨਾਂ ਦਾ ਕੰਮ ਖਤਮ ਹੋਣ ਤੋਂ ਬਾਅਦ ਵੀ ਉਹ ਆਪਣਾ ਕੀ ਹੈ, ਲਗਾ ਲਓ ਆਪਣੇ ਉਹਨਾਂ ਦੀ ਜਿਹੜਾ ਕੰਟਰੈਕਟ ਹੁੰਦਾ ਉਹ ਕੰਪਲੀਸ਼ਨ ਹੋਣ ਤੋਂ ਬਾਅਦ ਆਟੋਮੈਟਿਕਲੀ ਐਂਡ ਹੋ ਜਾਂਦਾ। ਅੱਗੇ ਆ ਜਾਓ, ਟਾਈਪਸ ਆਫ ਪਾਰਟਨਰਸ਼ਿਪ ਬੇਸਡ ਔਨ ਦਾ ਲਾਇਬਿਲਿਟੀ ਆਫ ਮੈਂਬਰਸ। ਹੁਣ ਟਾਈਪ ਆਫ ਪਾਰਟਨਰਸ਼ਿਪ ਬੇਸਡ ਲਾਇਬਿਲਿਟੀ ਆਫ ਮੈਂਬਰ ਦੇ ਬੇਸ 'ਤੇ ਆਪਾਂ ਨੇ ਕਿਹੜੇ ਟਾਈਪ ਦੇ ਪਾਰਟਨਰਸ਼ਿਪ ਹੋ ਸਕਦੇ ਨੇ। पहला पॉइंट आ जाता है जर्नल पार्टनरशिप। द पार्टनरशिप इन विच लाइबिलिटी ऑफ ऑल द मेंबर इज अनलिमिटेड इज नोन एज जर्नल पार्टनरशिप, विच मीन्स इफ द एसेट्स ऑफ द फर्म आर नॉट इनफ then the creditor can settle their accounts by having claim over the personal property of the partner. Each partner of journal partnership firm can actively participate in the activity of the firm. In India, all the partnership are generally partnership firms. ਜਰਨਲ ਪਾਰਟਨਰਸ਼ਿਪ ਫਰਮ ਕੀ ਹੁੰਦਾ, ਦੇਖੋ ਸਿੰਪਲ ਜੀ ਗੱਲ ਹੈ, ਜਿਹੜੀ ਆਮ ਪਾਰਟਨਰਸ਼ਿਪ ਸਾਰੇ ਇੱਕ ਮੈਂਬਰ ਦੀ ਜਿਹੜੀ ਲਾਇਬਿਲਿਟੀ ਜਾਂ ਜਿਹੜੀ ਕੋਈ ਵੀ ਸਿਸਟਮ ਹੈ ਉਹਨਾਂ ਦਾ ਕੀ ਹੁੰਦਾ, ਮੈਂਬਰਸ ਅਨਲਿਮਿਟਡ ਹੁੰਦੀ ਹੈ, ਠੀਕ ਹੈ, ਲਾਇਬਿਲਿਟੀ ਅਨਲਿਮਿਟਡ ਹੁੰਦੀ ਹੈ। ਉਹਨਾਂ ਦਾ ਕੀ ਸਿਸਟਮ ਹੁੰਦਾ, ਜੇਕਰ ਕੋਈ ਇਹਨਾਂ ਦੀ ਫਰਮ ਦੇ ਵਿੱਚ ਐਸੈਟਸ ਮਤਲਬ ਘੱਟ ਹੋਣ, ਕਰੈਕਟਰ ਜ਼ਿਆਦਾ ਹੋ ਜਾਣ, ਤਾਂ ਫਿਰ ਹਰੇਕ ਨੂੰ ਆਪਣੀ ਪਰਸਨਲ ਪ੍ਰੋਪਰਟੀ ਵੇਚ ਕੇ ਉਹ ਕਲੇਮ ਨੂੰ ਪੂਰਾ ਕਰਨਾ ਪਏਗਾ, ਠੀਕ ਹੈ। ਉਹ ਇਹਦੇ ਵਿੱਚ ਹੁਣ ਜਿੰਨੇ ਵੀ ਪਾਰਟਨਰਸ ਹੁੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਸ 'ਚ ਆਪਣੀ ਪਰਸਨਲ ਪ੍ਰੋਪਰਟੀ ਵੇਚਣੀ ਪੈਂਦੀ ਹੈ, ਇਹ ਜਰਨਲ ਪਾਰਟਨਰਸ਼ਿਪ ਦੇ ਵਿੱਚ ਆ ਜਾਂਦਾ। ਪਰ ਜਿਹੜੀ ਹੁੰਦੀ ਹੈ ਲਿਮਟਿਡ ਲਾਇਬਿਲਿਟੀ ਪਾਰਟਨਰਸ਼ਿਪ, ਦਾ ਪਾਰਟਨਰਸ਼ਿਪ ਫਰਮ ਇਨ ਵਿਚ ਲਾਇਬਿਲਿਟੀ ਆਫ ਆਲ ਦਾ ਪਾਰਟਨਰ ਐਕਸੈਪਟ ਵਨ ਪਾਰਟਨਰ ਇਜ਼ ਲਿਮਟਿਡ। ਇਹਨੂੰ ਬੜੇ ਧਿਆਨ ਨਾਲ ਸੁਣਿਓ। The partnership firm in which liability of all the partners except one partner is limited to extent of their share in partnership firm is known as a limited partnership. In India, limited partnership was introduced, enacted limited partnership act 2001। ਕਹਿੰਦੇ ਕੀ ਹੁੰਦਾ, ਸਾਰੇ ਪਾਰਟਨਰ ਦੀ ਜਿਹੜੀ ਲਾਇਬਿਲਿਟੀ ਹੁੰਦੀ ਹੈ ਉਹ ਕੀ ਹੁੰਦੀ ਹੈ, ਅਨਲਿਮਿਟਡ ਹੁੰਦੀ ਆ। ਬਟ ਤੁਸੀਂ ਇੱਕ ਬੰਦੇ ਦੀ ਵੀ ਜਿਹੜੀ ਕੀ ਹੈ ਆਪਣੀ ਲਾਇਬਿਲਿਟੀ ਆ ਉਹ ਲਿਮਟਿਡ ਕਰ ਸਕਦੇ ਹੋ ਇਹਦੇ ਅੰਦਰ, ਠੀਕ ਹੈ, ਆਪਸ 'ਚ। ਅਤੇ ਇਹ ਕਿਹੜਾ ਕਹਿੰਦਾ, ਪਾਰਟਨਰਸ਼ਿਪ ਐਕਟ 2008 ਇਸ ਗੱਲ ਨੂੰ ਕਹਿੰਦਾ। ਕਲੀਅਰ ਹੈ ਗੱਲ? ਅੱਗੇ ਦੇਖੋ ਮੇਨ ਫੀਚਰ ਕੀ ਨੇ ਲਿਮਟਿਡ ਪਾਰਟਨਰਸ਼ਿਪ ਦੇ। ਦ ਲਾਇਬਿਲਿਟੀ ਆਫ ਐਟਲੀਸਟ ਵਨ ਪਾਰਟਨਰ ਮਸਟ ਬੀ ਅਨਲਿਮਟਿਡ। ਲਿਮਟਿਡ ਪਾਰਟਨਰਸ਼ਿਪ ਦੇ ਵਿੱਚ ਬਸ ਇਹ ਹੈ ਕਿ ਜਿਹੜੀ ਉਂਝ ਤਾਂ ਜਰਨਲ ਆਪਾਂ ਆਮ ਸ਼ਬਦਾਂ ਦੇ ਵਿੱਚ ਵੀ ਗੱਲ ਕਰੀਏ, ਜਿਹੜੀ ਸਾਰੇ ਪਾਰਟਨਰ ਦੀ ਲਾਇਬਿਲਿਟੀ ਅਨਲਿਮਟਿਡ ਹੁੰਦੀ ਹੈ, ਠੀਕ ਹੈ। ਪਰ ਜੇਕਰ ਤੁਸੀਂ ਲਿਮਟਿਡ ਪਾਰਟਨਰਸ਼ਿਪ ਵਾਲਾ ਰੂਲ ਪੜ੍ਹਨਾ ਚਾਹ ਰਹੇ ਹੋ ਤਾਂ ਉਹਦੇ ਵਿੱਚ ਕੀ ਹੁੰਦਾ, ਇੱਕ ਪਾਰਟਨਰ ਦੀ ਲਾਇਬਿਲਿਟੀ ਅਨਲਿਮਟਿਡ ਹੋਣੀ ਚਾਹੀਦੀ ਹੈ। ਬਾਕੀ ਤੁਸੀਂ ਹੋਰ ਪਾਰਟਨਰ, ਇੱਕ ਬੰਦੇ ਦੀ, ਦੋ ਬੰਦੇ ਦੀ ਪਾਰਟਨਰਸ਼ਿਪ ਲਾਇਬਿਲਿਟੀ ਲਿਮਟਿਡ ਕਰ ਸਕਦੇ ਹੋ, ਠੀਕ ਹੈ। ਬਟ ਇਹ ਨਹੀਂ ਹੁੰਦਾ ਕਿ ਕੋਈ ਵੀ ਪਾਰਟਨਰ ਦੀ ਲਾਇਬਿਲਿਟੀ ਮਤਲਬ ਅਨਲਿਮਟਿਡ ਹੋਏਗੀ ਨਹੀਂ। ਮਤਲਬ ਜੇਕਰ ਫਰਮ ਦੇ ਵਿੱਚ ਤੁਸੀਂ ਇੱਕ ਬੰਦੇ ਦੀ ਲਾਇਬਿਲਿਟੀ ਅਨਲਿਮਟਿਡ ਇਕੱਲਾ ਲਿਮਟਿਡ ਕਰ ਸਕਦੇ ਹੋ, ਹੋਰ ਦੋ ਦੀ ਕਰ ਸਕਦੇ, ਤਿੰਨ ਦੀ ਕਰ ਸਕਦੇ, ਬਟ ਇਹ ਨਹੀਂ ਹੋਏਗਾ ਕਿ ਕਿਸੇ ਦੀ ਵੀ ਅਨਲਿਮਟਿਡ ਨਾ ਹੋਏ, ਇੱਕ ਦੀ ਤਾਂ ਰਹੇਗੀ। ਇਹ ਗੱਲ ਯਾਦ ਰੱਖੋ। ਇਹ ਤੁਹਾਨੂੰ ਸਮਝ ਆ ਗਿਆ ਹੋਗਾ। ਦ ਲਾਇਬਿਲਿਟੀ ਆਫ ਆਲ ਅਦਰ ਪਾਰਟਨਰ ਕੈਨ ਬੀ ਲਿਮਟਿਡ ਟੂ ਦ ਐਕਸਟੈਂਟ ਆਫ ਦੇਅਰ ਕੈਪੀਟਲ ਕੰਟਰੀਬਿਊਸ਼ਨ ਇਨ ਦ ਪਾਰਟਨਰਸ਼ਿਪ ਫਰਮ। ਦ ਲਾਇਬਿਲਿਟੀ ਆਫ ਆਲ ਦਾ ਜਿਹੜਾ ਪਾਰਟਨਰ ਉਹਨਾਂ ਦੀ ਕੀ ਹੋਏਗੀ, ਲਿਮਟਿਡ ਹੋਏਗੀ, ਕੈਨ ਬੀ ਲਿਮਟਿਡ, ਠੀਕ ਹੈ। ਅਤੇ ਅੱਗੇ ਦੇਖੋ, ਪਾਰਟਨਰ ਵਿਦ ਲਿਮਟਿਡ ਲਾਇਬਿਲਿਟੀ ਆਰ ਕਾਲਡ ਸਪੈਸ਼ਲ ਪਾਰਟਨਰਸ ਔਰ ਲਿਮਟਿਡ ਪਾਰਟਨਰ।
ਜਿਨ੍ਹਾਂ ਦੀ ਲਾਇਬਿਲਿਟੀ ਲਿਮਟਿਡ ਹੋਏਗੀ ਉਹਨਾਂ ਨੂੰ ਆਪਾਂ ਕੀ ਬੋਲਾਂਗੇ, ਜਾਂ ਤਾਂ ਲਿਮਟਿਡ ਪਾਰਟਨਰ ਬੋਲਾਂਗੇ ਜਾਂ ਕੀ ਬੋਲਾਂਗੇ, ਸਪੈਸ਼ਲ ਪਾਰਟਨਰ। ਦ ਸਪੈਸ਼ਲ ਪਾਰਟਨਰ ਇਜ਼ ਨੋਟ ਅਲਾਊਡ ਟੂ ਪਾਰਟੀਸਪੇਟ ਇਨ ਦਾ ਮੈਨੇਜਮੈਂਟ ਆਫ ਦਾ ਫਰਮ। ਪਰ ਜਿਹੜਾ ਸਪੈਸ਼ਲ ਪਾਰਟਨਰ ਹੋਏਗਾ ਉਹ ਮੈਨੇਜਮੈਂਟ ਫਰਮ ਦੇ ਵਿੱਚ ਪਾਰਟੀਸਪੇਟ ਨਹੀਂ ਕਰ ਸਕਦਾ, ਠੀਕ ਹੈ। ਦ ਸਪੈਸ਼ਲ ਪਾਰਟਨਰ ਹੈਜ਼ ਦਾ ਰਾਈਟ ਟੂ, ਪਰ ਉਹ ਬੁੱਕਸ ਚੈੱਕ ਕਰ ਸਕਦਾ ਔਰ ਉਹਦੇ ਵਿੱਚ ਪਾਰਟੀਸਪੇਟ ਨਹੀਂ ਕਰ ਸਕਦਾ। ਦ ਸਪੈਸ਼ਲ ਪਾਰਟਨਰ ਕੈਨ ਵਿਦਡਰੋ ਇਜ਼ ਪਾਰਟਨਰਸ਼ਿਪ ਵੈਨ ਐਵਰ ਹੀ, ਉਹ ਪਾਰਟਨਰਸ਼ਿਪ ਫਰਮ ਕਦੋਂ ਮਰਜ਼ੀ ਛੱਡ ਸਕਦਾ, ਜਦੋਂ ਉਹਦੀ ਮਰਜ਼ੀ ਹੋਏਗੀ। ਦ ਡੈਥ ਇਨਸੋਲਵੈਂਸੀ ਇਨਕੈਪੈਸਿਟੀ ਆਫ ਸਪੈਸ਼ਲ ਪਾਰਟਨਰ ਡਜ਼ ਨਾਟ ਇਫੈਕਟ ਦਾ ਐਗਜ਼ਿਸਟੈਂਸ। ਜਦ ਇਹਨਾਂ ਦੇ ਕਿਸੇ ਸਪੈਸ਼ਲ ਪਾਰਟਨਰ ਦੀ ਕਿਸੇ ਡੈਥ ਹੋ ਜਾਂਦੀ ਹੈ, ਡੈਥ ਹੋਣ ਤੋਂ ਬਾਅਦ ਫਰਮ ਨੂੰ 1% ਵੀ ਕੋਈ ਫਰਕ ਨਹੀਂ ਪੈਂਦਾ। ਕਲੀਅਰ ਹੈ ਗੱਲ, ਮਤਲਬ ਕੋਈ ਇਫੈਕਟ ਨਹੀਂ ਪਏਗਾ, ਫਰਮ ਉਵੇਂ ਚੱਲਦੀ ਰਹੇਗੀ। ਆ ਕਲੀਅਰ ਹੋ ਗਿਆ ਹੋਣਾ ਸਾਰਿਆਂ ਨੂੰ ਟੌਪਿਕ। ਟਾਈਪਸ ਆਫ ਪਾਰਟਨਰਸ। ਟਾਈਪਸ ਆਫ ਪਾਰਟਨਰ ਕੀ ਹੁੰਦੇ ਨੇ? ਜਿਹੜਾ ਪਹਿਲਾ ਪੁਆਇੰਟ ਹੈ ਐਕਟਿਵ ਪਾਰਟਨਰ। ਐਕਟਿਵ ਪਾਰਟਨਰ ਕੀ ਹੁੰਦਾ ਹੈ? ਦਾ ਐਕਟਿਵ ਪਾਰਟਨਰ ਪਾਰਟੀਸਪੇਟ ਇਨ ਦਾ ਮੈਨੇਜਮੈਂਟ ਆਫ ਦਾ ਫਰਮ, ਹਿਜ਼ ਲਾਇਬਿਲਿਟੀ ਇਜ਼ ਅਨਲਿਮਟਿਡ ਐਂਡ ਹੀ ਕੰਟਰੀਬਿਊਟ ਕੈਪੀਟਲ ਇਨ ਦਾ ਫਰਮ। ਜਿਹੜਾ ਐਕਟਿਵ ਪਾਰਟਨਰ ਹੋਏਗਾ ਉਹ ਕੀ ਹੈ, ਐਕਟਿਵ ਪਾਰਟਨਰ ਪਾਰਟੀਸਪੇਟ ਕਰ ਸਕਦਾ ਮੈਨੇਜਮੈਂਟ ਆਫ ਦੀ ਫਰਮ ਦੇ ਵਿੱਚ। ਐਕਟਿਵ ਪਾਰਟਨਰ ਮੈਨੇਜਮੈਂਟ ਆਫ ਫਰਮ ਦੇ ਵਿੱਚ ਪਾਰਟੀਸਪੇਟ ਵੀ ਕਰ ਸਕਦਾ। ਉਹਦੀ ਜਿਹੜੀ ਲਾਇਬਿਲਿਟੀ ਹੁੰਦੀ ਆ ਉਹ ਵੀ ਕੀ ਹੁੰਦੀ ਆ, ਅਨਲਿਮਟਿਡ ਹੁੰਦੀ ਹੈ। ਉਹ ਕੈਪੀਟਲ ਵੀ ਕੰਟਰੀਬਿਊਸ਼ਨ ਕਰਦਾ ਹੈ। ਉਹ ਜਿਹੜਾ ਪ੍ਰੋਫਿਟ ਅਤੇ ਲੋਸ ਦੇ ਵਿੱਚ ਹਿੱਸਾ ਵੀ ਲੈਂਦਾ ਹੈ। ਇਹ ਸਾਰਾ ਕੀ ਆਉਂਦਾ ਐਕਟਿਵ ਪਾਰਟਨਰ। ਸਲੀਪਿੰਗ ਅਤੇ ਡੋਰਮੈਂਟ ਪਾਰਟਨਰ ਕਿਹੜੇ ਹੁੰਦੇ ਨੇ? ਦਾ ਪਾਰਟਨਰ ਹੂ ਡਜ਼ ਨੋਟ ਪਾਰਟੀਸਪੇਟ, ਇਹ ਜਿਹੜਾ ਮੈਨੇਜਮੈਂਟ ਫਰਮ ਦੇ ਵਿੱਚ ਕੋਈ ਪਾਰਟੀਸਪੇਟ ਨਹੀਂ ਕਰਦਾ। ਦੀਜ਼ ਪਾਰਟਨਰ ਆਰ ਬਾਊਂਡ ਬਾਏ ਦਾ ਐਕਟੀਵਿਟੀਜ਼ ਆਫ ਅਦਰ ਐਕਟਿਵ ਪਾਰਟਨਰ। ਉਹ ਕੀ ਹੁੰਦੇ ਨੇ? ਦੀਜ਼ ਪਾਰਟਨਰ ਜਿਹੜੇ ਦੂਜੇ ਬੰਦੇ ਕੰਮ ਕਰ ਰਹੇ ਨੇ ਐਕਟਿਵ ਪਾਰਟਨਰ, ਉਹਦੇ ਪ੍ਰਤੀ ਉਹ ਕੀ ਹੁੰਦੇ, ਬਾਊਂਡ ਹੁੰਦੇ ਨੇ। ਦੀਜ਼ ਪਾਰਟਨਰਸ ਕੰਟਰੀਬਿਊਟ ਕੈਪੀਟਲ ਐਂਡ ਗੈਟ ਸ਼ੇਅਰ ਇਨ ਦਾ ਪ੍ਰੋਫਿਟ ਲੋਸ। ਦਾ ਲਾਇਬਿਲਿਟੀ ਆਫ ਸਲੀਪਿੰਗ ਪਾਰਟਨਰ ਇਜ਼ ਅਨਲਿਮਟਿਡ। ਦੇਖੋ ਇਹ ਫਰਮ ਦੇ ਵਿੱਚ ਨਾ ਤਾਂ ਇਹ ਕੀ ਆ ਪਾਰਟੀਸਪੇਟ ਕਰਦੇ, ਠੀਕ ਹੈ, ਪਰ ਜਿਹੜੇ ਐਕਟਿਵ ਪਾਰਟਨਰ ਕੰਮ ਕਰ ਰਹੇ ਨੇ ਉਹ ਜਿਵੇਂ ਦਾ ਕੰਮ ਕਰ ਰਹੇ ਆ ਉਸ ਹਿਸਾਬ ਨਾਲ ਉਹਨਾਂ ਨੂੰ ਉਵੇਂ ਉਹਦੇ 'ਤੇ ਬਾਊਂਡੇਸ਼ਨ ਹੁੰਦੀ ਆ, ਠੀਕ ਹੈ। ਉਸ ਹਿਸਾਬ ਫਿਰ ਅੱਗੇ ਕੀ ਆ ਜਾਂਦਾ ਕਿ ਉਹ ਜਿਹੜਾ ਹੁਣ ਫਰਮ ਨੂੰ ਪ੍ਰੋਫਿਟ ਹੁੰਦਾ ਜਾਂ ਲੋਸ ਹੁੰਦਾ ਉਹ ਉਸ ਦੇ ਮੁਤਾਬਿਕ ਉਹ ਆਪਣਾ ਹਿੱਸਾ ਲੈ ਸਕਦੇ ਨੇ ਅਤੇ ਉਹ ਕੈਪੀਟਲ ਵੀ ਕੰਟਰੀਬਿਊਟ ਕਰ ਸਕਦੇ ਨੇ, ਕੈਪੀਟਲ ਕੰਟਰੀਬਿਊਟ ਕਰਦੇ ਨੇ। ਅਤੇ ਨਾਲ ਸਲੀਪਿੰਗ ਪਾਰਟਨਰ ਹੁੰਦੇ ਨੇ ਜਿਹੜੇ ਉਹ ਉਹਨਾਂ ਦੀ ਲਾਇਬਿਲਿਟੀ ਵੀ ਕੀ ਹੁੰਦੀ ਹੈ, ਅਨਲਿਮਟਿਡ ਹੁੰਦੀ ਹੈ। ਇਹ ਯਾਦ ਰੱਖਣਾ ਹੈ। ਇਹ ਛੋਟੇ ਛੋਟੇ ਕੁਐਸਚਨਾਂ 'ਚ ਇਹ ਪੁਆਇੰਟ ਆ ਜਾਂਦੇ ਨੇ, ਤਾਂ ਇਹਨਾਂ ਗੱਲਾਂ ਨੂੰ ਤੁਸੀਂ ਯਾਦ ਰੱਖਣਾ ਹੈ। ਅੱਗੇ ਆ ਜਾਂਦਾ ਸੀਕਰੇਟ ਪਾਰਟਨਰ। ਜਿਹੜੇ ਸੀਕਰੇਟ ਪਾਰਟਨਰ ਕਿਹੜੇ ਹੁੰਦੇ ਨੇ? ਸੀਕਰੇਟ ਪਾਰਟਨਰ ਇਜ਼ ਵਨ whose association or relation with the firm is not known to outsider. He contributes capital, participate actively in the management. His liability is also unlimited. ਕਹਿੰਦੇ ਜਿਹੜਾ ਸੀਕਰੇਟ ਪਾਰਟਨਰ ਹੁੰਦਾ ਹੈ ਉਹ ਇੱਕ ਇਹੋ ਜਿਹਾ ਬੰਦਾ ਹੁੰਦਾ ਜਿਹਦੇ ਵਿੱਚ ਉਹ ਦੂਸਰੇ ਬੰਦੇ ਨੂੰ ਨਹੀਂ ਦੱਸਿਆ ਜਾਂਦਾ ਕਿ ਇਹ ਮਤਲਬ ਪਬਲਿਕ ਦੇ ਵਿੱਚ ਜਾਂ ਕਿਸੇ ਹੋਰ ਬੰਦੇ ਨੂੰ ਨਹੀਂ ਦੱਸਿਆ ਜਾਂਦਾ ਕਿ ਉਹ ਫਰਮ ਦੇ ਵਿੱਚ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ। ਉਹ ਸੀਕਰੇਸੀ ਰੱਖੀ ਜਾਂਦੀ ਆ, ਪਰ ਉਹ ਮੈਨੇਜਮੈਂਟ ਸਿਸਟਮ ਦੇ ਵਿੱਚ ਐਕਟਿਵਲੀ ਪਾਰਟੀਸਪੇਟ ਕਰ ਰਿਹਾ ਹੁੰਦਾ। ਪਰ ਇਹਨਾਂ ਦੀ ਜਿਹੜੀ ਲਾਇਬਿਲਿਟੀ ਹੁੰਦੀ ਆ ਉਹ ਵੀ ਕੀ ਹੁੰਦੀ ਆ, ਅਨਲਿਮਟਿਡ ਹੁੰਦੀ ਆ। ਬਸ ਇਹ ਯਾਦ ਰੱਖਣਾ ਤੁਸੀਂ, ਠੀਕ ਹੈ। ਅੱਗੇ ਆਉਂਦੇ ਨੋਮੀਨਲ ਪਾਰਟਨਰ। ਨੋਮੀਨਲ ਪਾਰਟਨਰ ਕਿਹੜੇ ਹੁੰਦੇ ਨੇ? The nominal partner are not the real partner of the firm. These partners do not contribute any capital. ਨੋਮੀਨਲ ਪਾਰਟਨਰ ਕਿਹੜੇ ਹੁੰਦੇ ਨੇ? ਦਾ ਨੋਮੀਨਲ ਆਰ ਨੋਟ ਦਾ ਰੀਅਲ ਪਾਰਟਨਰ ਆਫ ਦੀ ਫਰਮ। ਕਹਿੰਦੇ ਇਹ ਰੀਅਲ ਪਾਰਟਨਰ ਨਹੀਂ ਹੁੰਦੇ ਫਰਮ ਦੇ। ਦੀਜ਼ ਪਾਰਟਨਰ ਡੂ ਨੋਟ ਕੰਟਰੀਬਿਊਟ, ਇਹ ਕੋਈ ਕੈਪੀਟਲ ਕੰਟਰੀਬਿਊਟ ਨਹੀਂ ਕਰਦੇ, ਇਹਨਾਂ ਦੀ ਕੋਈ ਪਾਰਟੀਸਪੇਸ਼ਨ ਨਹੀਂ ਹੁੰਦੀ, ਇਹਨਾਂ ਦੀ ਕੋਈ ਲਾਇਬਿਲਿਟੀ ਅਨਲਿਮਟਿਡ ਨਹੀਂ ਹੁੰਦੀ ਅਤੇ ਇਹ ਕੋਈ ਪ੍ਰੋਫਿਟ ਸ਼ੇਅਰ ਦੇ ਵਿੱਚ ਕੋਈ ਹਿੱਸਾ ਨਹੀਂ ਲੈਂਦੇ। ਯਾਦ ਰੱਖਿਓ ਜਿਹੜੇ ਨੋਮੀਨਲ ਪਾਰਟਨਰ ਹੁੰਦੇ ਨੇ ਉਹਨਾਂ ਦੀ ਕੋਈ ਵੀ ਲਾਇਬਿਲਿਟੀ ਨਾ ਅਨਲਿਮਟਿਡ ਹੈ, ਨਾ ਉਹ ਪਾਰਟੀਸਪੇਟ ਕਰਦੇ, ਨਾ ਪ੍ਰੋਫਿਟ ਸ਼ੇਅਰ ਦੇ ਵਿੱਚ ਹਿੱਸਾ ਲੈਂਦੇ, ਨਾ ਉਹ ਰੀਅਲ ਪਾਰਟਨਰ ਹੁੰਦੇ। ਦਾ ਨੋਮੀਨਲ ਪਾਰਟਨਰ ਓਨਲੀ ਲੈਂਡਸ, ਬਸ ਆਪਣਾ ਨੇਮ ਅਤੇ ਰੈਪੂਟੇਸ਼ਨ ਦੀ ਵਜ੍ਹਾ ਨਾਲ ਉਹ ਫਰਮ ਨੂੰ ਬੈਨੀਫਿਟ ਦਿਵਾਉਂਦੇ ਨੇ, ਉਹਨੂੰ ਕੀ ਬੋਲਦੇ ਨੇ, ਨੋਮੀਨਲ ਪਾਰਟਨਰ।